हेलो स्टूडेंट्स, वेलकम ऑन यादू एजुकेशन। हाँ जी, यादू एजुकेशन के प्लेटफॉर्म पर तुहाडा बहुत बहुत स्वागत है जी। अज असीं साडा नैक्सट टॉपिक करन जा रहे हैं। जिद्दां कि असीं पहलां कीता रोल ऑफ ग्रामर का टॉपिक, अज असीं उहदे नाल रिलेटेड करन जा रहे हैं MCQs। ओके, तो स्टार्ट करते हैं। असीं फस्ट क्वेश्चन है, सिमैंटिक्स इज़ कंसर्नड विद। सिमैंटिक्स का की मतलब हुंदा, ठीक है, किहदे नाल रिलेटेड है? सिमैंटिक्स मीनिंग, अर्थ नाल रिलेटेड है कहंदे, या फिर सैकेंड देखते हैं असीं अंडरस्टैंडिंग, किन्नी क अंडरस्टैंडिंग हैगी, समझ हैगी है ना लैसन की, चैप्टर की, जो भी है टॉपिक की, ਜਾਂ फिर नॉलेज ज्ञान के नाल संबंधित है, या फिर कंप्रीहेंशन मतलब समझ के नाल संबंधित है। तो सिमैंटिक्स किहड़ा हुंदा गा? सिमैंटिक्स का मतलब की हुंदा गा? अर्थ नाल संबंधित हुंदा, मतलब मीनिंग नाल संबंधित हुंदा। ओके, फस्ट ऑप्शन बिल्कुल सही है जी ਇਹਦੀ। नैक्सट है सिंटैक्स टैल्स अस अबाउट। सिंटैक्स हुंदा जिहड़ा सानूं किस दे बारे दसदा गा? सिंटैक्स कहते लैंगुएज इंग्लिश लैंगुएज रूल्स, इंग्लिश लैंगुएज के रूल्स के बारे दसदा सानूं सिंटैक्स, ਜਾਂ फिर स्ट्रक्चर ऑफ लैंगुएजेस बारे दसदा है, नॉलेज ज्ञान बारे, ਜਾਂ फिर साउंड्स जो आवाज़ धुनियां हुंदियां ने उन्हां बारे दसदा। तो जिहड़ा सिंटैक्स हुंदा गा ये एक स्ट्रक्चर हुंदा गा एक लैंगुएज का। ओके, तो साडी सैकेंड ऑप्शन इहदे अकॉर्डिंग सही बनेगी जी। ये सानूं स्ट्रक्चर ऑफ लैंगुएज बारे दसदा सिंटैक्स। नैक्सट है सैट ऑफ रूल्स इन अ पर्टिकुलर लैंगुएज इज़ कॉल्ड। एक लैंगुएज ਦੇ ਵਿੱਚ ਕਹਿੰਦੇ ਕੀ ਹੈ, रूल्स ਦੇ ਸੈੱਟ ਨੂੰ ਕੀ ਕਹਿੰਦਾ ਗਾ? ਜਿਹੜੇ रूल्स ਹੁੰਦੇ ਨੇਗੇ, ਰੈਗੂਲੇਸ਼ਨਸ, ਠੀਕ ਹੈ। ਤਾਂ ਇੱਕ ਪਰਟੀਕੂਲਰ ਲੈਂਗੁਏਜ ਦੇ ਵਿੱਚ ਜਿੱਦਾਂ ਪੰਜਾਬੀ ਹੈਗੀ ਤਾਂ ਪੰਜਾਬੀ ਦੇ रूल्स ਹੋਣੇ, ਇੰਗਲਿਸ਼ ਲੈਂਗੁਏਜ ਤਾਂ ਇੰਗਲਿਸ਼ ਦੇ रूल्स ਹੋ ਗਏ, ਠੀਕ ਹੈ। ਤਾਂ ਇਹਨਾਂ ਨੂੰ ਇੱਕ ਕੀ ਕਿਹਾ ਜਾਂਦਾ ਹੈ? ਕਹਿੰਦੇ ਸਿਮੈਂਟਿਕਸ, ਜਿਹਦਾ ਮਤਲਬ ਹੈਗਾ ਅਰਥ, मीनिंग। ਸਿੰਟੈਕਸ ਜਿਹਦਾ ਮਤਲਬ ਕੀ ਹੁੰਦਾ ਗਾ? ਅਸੀਂ ਦੇਖ ਕੇ ਗਏ ਪਿੱਛੇ, ਸਟਰਕਚਰ ਆਫ ਐਨੀ ਲੈਂਗੁਏਜ, ਜਾਂ ਲਿੰਗੁਇਸਟਿਕ ਮਤਲਬ ਭਾਸ਼ਾਈ ਜਿਹੜੇ ਹੁੰਦੇ ਨੇਗੇ, ਜਾਂ ਫਿਰ ਕੀ ਹੈਗਾ ਜੀ ਸਾਡਾ ਗ੍ਰਾਮਰ। ਤਾਂ ਜਦੋਂ ਅਸੀਂ ਕੀ ਦੇਖਦੇ ਹਾਂ, ਇੱਕ ਲੈਂਗੁਏਜ ਦੇ ਰੂਲਸ ਦਾ ਸੈੱਟ ਹੁੰਦਾ ਜਿੱਦਾਂ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂਗੇ ਜੀ? ਗ੍ਰਾਮਰ ਕਹਿੰਦੇ ਹਾਂ। ਰੂਲਸ ਐਂਡ ਰੈਗੂਲੇਸ਼ਨ ਜਿਹਦੇ ਵਿੱਚ ਹੁੰਦੇ ਨੇ ਇੱਕ ਲੈਂਗੁਏਜ ਦੇ ਦੱਸੇ ਹੋਏ। ਨੈਕਸਟ ਹੈ ਵਟ ਐਸਟੈਬਲਿਸ਼ਡ ਰਿਲੇਸ਼ਨਸ਼ਿਪ ਬਿਟਵੀਨ ਵਰਡਸ। ਇਹਨਾਂ ਵਿੱਚ ਸ਼ਬਦਾਂ ਦੇ ਵਿੱਚ ਕਹਿੰਦੇ ਰਿਲੇਸ਼ਨਸ਼ਿਪ ਕਿਸ ਦੁਆਰਾ ਪੈਦਾ ਕੀਤਾ ਜਾਂਦਾ ਹੈ? ਲੈਂਗੁਏਜ ਦੁਆਰਾ, ਭਾਸ਼ਾ ਦੇ ਦੁਆਰਾ, ਸਿਮੈਂਟਿਕਸ ਅਰਥ ਦੁਆਰਾ, ਜਾਂ ਗ੍ਰਾਮਰ ਵਿਆਕਰਨ ਦੁਆਰਾ, ਜਾਂ ਫਿਰ ਨਨ ਆਫ ਦੀਜ਼। ਤਾਂ ਜਿਹੜੇ ਵਰਡਸ ਹੁੰਦੇ ਨੇਗੇ ਤਾਂ ਉਹਨਾਂ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਦੇ ਥਰੂ ਸਾਨੂੰ ਜਿਹੜਾ ਇੱਕ ਰਿਲੇਸ਼ਨਸ਼ਿਪ ਐਸਟੈਬਲਿਸ਼ ਕੀਤਾ ਜਾਂਦਾ, ਤਾਂ ਉਹ ਜੀ ਸਾਡਾ ਗ੍ਰਾਮਰ ਦੁਆਰਾ ਕੀਤਾ ਜਾਂਦਾ। ਤਾਂ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ। ਨੈਕਸਟ ਕੁਐਸਚਨ ਹੈ ਇੰਗਲਿਸ਼ ਗ੍ਰਾਮਰ ਇਜ਼ ਕਲਾਸੀਫਾਈਡ ਇਨਟੂ। ਇੰਗਲਿਸ਼ ਗ੍ਰਾਮਰ ਆ ਜਿਹੜੀ ਸਾਡੀ ਇੰਗਲਿਸ਼ ਦੀ, ਠੀਕ ਹੈ, ਤਾਂ ਉਹ ਕਿੰਨੀਆਂ ਕੈਟਾਗਰੀਜ਼ ਦੇ ਵਿੱਚ ਕੀ ਹੈ ਕਲਾਸੀਫਾਈ ਕੀਤੀ ਹੋਈ ਹੈ, ਵੰਡੀ ਹੋਈ ਆ। ਤਾਂ 5 ਕੈਟਾਗਰੀਜ਼, 2 ਕਲਾਸਿਸ, 3 ਕੈਟਾਗਰੀਜ਼ ਔਰ 10 ਕੈਟਾਗਰੀਜ਼। ਤਾਂ ਅਸੀਂ ਵੇਖ ਕੇ ਗਏ ਹਾਂ ਲਾਸਟ ਟੌਪਿਕ ਦੇ ਵਿੱਚ ਵੀ ਅਸੀਂ ਕੀਤਾ ਸੀ ਕਿ ਜਿਹੜੀ ਸਾਡੀ ਇੰਗਲਿਸ਼ ਦੀ ਗ੍ਰਾਮਰ ਹੈਗੀ ਤਾਂ ਉਹਦੇ ਕਿੰਨੀਆਂ ਟਾਈਪਸ ਨੇਗੀਆਂ? ਸਾਡੀਆਂ 5 ਟਾਈਪਸ ਬਣਦੀਆਂ ਸੀ, ਠੀਕ ਹੈ, ਜਿਹਨੂੰ ਅਸੀਂ ਕਹਿੰਦੇ ਕਿ ਪ੍ਰਿਸਕ੍ਰਿਪਟਿਵ ਹੁੰਦੀ ਆ, ਡਿਸਕ੍ਰਿਪਟਿਵ ਹੁੰਦੀ ਆ, ਸਕਾਲਰਲੀ ਹੁੰਦੀ ਆ, ਹੈ ਨਾ, ਜਨਰੇਟਿਵ ਹੁੰਦੀ ਆ। ਤਾਂ ਇਸ ਤਰ੍ਹਾਂ ਨਾਲ ਕਿਹੜੀਆਂ ਸਾਡੀਆਂ ਇਹ 5 ਕੈਟਾਗਰੀਜ਼ ਬਣਦੀਆਂ ਨੇ ਸਾਡੀ ਇੰਗਲਿਸ਼ ਗ੍ਰਾਮਰ ਦੀਆਂ। ਨੈਕਸਟ ਹੈ ਵਿਚ ਅਮੰਗ ਦਾ ਫੋਲੋਇੰਗ ਇਜ਼ ਬੈਸਟ ਫॉर ਟੀਚਿੰਗ ਗ੍ਰਾਮਰ। ਗ੍ਰਾਮਰ ਟੀਚ ਕਰਨ ਦੇ ਲਈ ਸਭ ਤੋਂ ਬੈਸਟ ਤਰੀਕਾ ਇਹਨਾਂ ਦੇ ਵਿੱਚੋਂ ਕਿਹੜਾ ਗਈ? ਕਹਿੰਦੇ ਇੰਡਕਟਿਵ ਮੈਥਡ। ਇੰਡਕਟਿਵ ਕਿਹੜਾ ਕਿਹਾ ਸੀ ਆਪਾਂ? ਆਗਮਨ ਵਿਧੀ, ਜਿਹਦੇ ਵਿੱਚ ਪਹਿਲਾਂ ਐਗਜ਼ਾਮਪਲ ਦਿੱਤੀ ਜਾਂਦੀ ਆ, ਦੈਨ ਰੂਲਸ ਦੱਸੇ ਜਾਂਦੇ ਨੇ, ਹੈ ਨਾ। ਨੈਕਸਟ ਹੈ ਸਾਡਾ ਡਿਡਕਟਿਵ। ਡਿਡਕਟਿਵ ਦੇ ਵਿੱਚ ਪਹਿਲਾਂ ਕੀ ਦਿੱਤਾ ਜਾਂਦਾ ਜੀ? ਪਹਿਲਾਂ ਰੂਲਸ ਦੱਸੇ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਐਗਜ਼ਾਮਪਲ ਦਿੱਤੀ ਜਾਂਦੀ ਆ। ਇੰਡਕਟਿਵ ਡਿਡਕਟਿਵ ਮੈਥਡ ਜਿਹੜਾ ਮਿਕਸਚਰ ਹੁੰਦਾ ਗਾ ਇੰਡਕਟਿਵ ਦਾ ਅਤੇ ਡਿਡਕਟਿਵ ਦਾ, ਜਾਂ ਫਿਰ ਨਨ ਆਫ ਦੀਜ਼। ਤਾਂ ਇਹਦੇ ਵਿੱਚ ਸਭ ਤੋਂ ਬੈਸਟ ਤਰੀਕਾ ਕਿਹੜਾ ਹੁੰਦਾ? ਜਿਹੜਾ ਦੋਵਾਂ ਦਾ ਕੰਬੀਨੇਸ਼ਨ ਹੁੰਦਾ ਗਾ ਇੰਡਕਟਿਵ ਡਿਡਕਟਿਵ ਮੈਥਡ ਸਭ ਤੋਂ ਬੈਸਟ ਮੈਥਡ ਮੰਨਿਆ ਜਾਂਦਾ ਜੀ। ਨੈਕਸਟ ਗ੍ਰਾਮਰ ਇਜ਼ ਆਲਸੋ ਨੋਨ ਐਜ਼। ਗ੍ਰਾਮਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ? ਥਿਊਰੀ ਆਫ ਨੌਲੇਜ, ਥਿਊਰੀ ਆਫ ਲੈਂਗੁਏਜ, ਭਾਸ਼ਾ ਦੀ ਥਿਊਰੀ ਦੇ ਤੌਰ 'ਤੇ ਸਮਝਿਆ ਜਾਂਦਾ ਇਹਨੂੰ, ਜਾਂ ਲਿੰਗੁਇਸਟਿਕ ਇੱਕ ਤਰ੍ਹਾਂ ਨਾਲ ਭਾਸ਼ਾਈ ਹੁੰਦੀ ਹੈ ਜਿਹੜੀ ਗ੍ਰਾਮਰ, ਸਿੰਟੈਕਸ, ਜਾਂ ਫਿਰ ਸੀਮੈਂਟਿਕਸ ਜਿਹੜਾ ਆਪਾਂ ਪਿੱਛੇ ਦੇਖ ਕੇ ਗਏ ਹਾਂ। ਤਾਂ ਗ੍ਰਾਮਰ ਨੂੰ ਕੀ ਕਿਹਾ ਜਾਂਦਾ ਜੀ? ਥਿਊਰੀ ਆਫ ਲੈਂਗੁਏਜ ਕਿਹਾ ਜਾਂਦਾ ਵਾ। ਫੰਕਸ਼ਨਲ ਗ੍ਰਾਮਰ ਇਜ਼ ਆਲਸੋ ਨੋਨ ਐਜ਼। ਫੰਕਸ਼ਨਲ ਗ੍ਰਾਮਰ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੀ? ਪ੍ਰਿਸਕ੍ਰਿਪਟਿਵ, ਡਿਸਕ੍ਰਿਪਟਿਵ, ਟ੍ਰੈਡੀਸ਼ਨਲ, ਜਨਰੇਟਿਵ। ਤਾਂ ਅਸੀਂ ਜਿਸ ਤਰ੍ਹਾਂ ਨਾਲ ਕੱਲ੍ਹ ਵਾਲੇ ਟੌਪਿਕ 'ਚ ਪੜ੍ਹਿਆ ਅਸੀਂ, ਤਾਂ ਫੰਕਸ਼ਨਲ ਗ੍ਰਾਮਰ ਕਿਹੜੀ? ਇੱਕ ਹੁੰਦੀ ਹੈ ਪ੍ਰੈਸਕ੍ਰਿਪਟਿਵ। ਪ੍ਰੈਸਕ੍ਰਿਪਟਿਵ ਕਿਹੜੀ ਹੁੰਦੀ ਆ? ਜਿਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਲਿਖਵਾਏ ਜਾਂਦੇ ਨੇ ਸਾਨੂੰ। ਡਿਸਕ੍ਰਿਪਟਿਵ ਕਿਹੜੀ ਹੁੰਦੀ ਆ? ਜਿਹੜੀ ਸਾਡੀ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ, ਜਿਹਦੇ ਵਿੱਚ ਜਿਹੜੇ ਅਸੀਂ ਦੋ ਮਤਲਬ ਅਸੀਂ ਕਨਵਰਜੇਸ਼ਨ ਕਰ ਰਹੇ ਹੁੰਦੇ ਆਪਸ ਵਿੱਚ ਗੱਲਬਾਤ, ਉਹਨੂੰ ਤਾਂ ਉਹ ਜਿਹਦੇ ਵਿੱਚ ਫੰਕਸ਼ਨਲ ਹੁੰਦੀ ਹੈਗੀ ਉਹ, ਠੀਕ ਆ। ਜਾਂ ਫਿਰ ਟ੍ਰੈਡੀਸ਼ਨਲ ਆ ਜਾਂਦੀ, ਜਾਂ ਜਨਰੇਟਿਵ ਹੋ ਜਾਂਦੀ ਆ।
ਤਾਂ ਜਿਹੜੀ ਫੰਕਸ਼ਨਲ ਗ੍ਰਾਮਰ ਅਸੀਂ ਕੱਲ ਵੀ ਪੜ੍ਹ ਕੇ ਗਏ ਸੀ, ਤਾਂ ਫੰਕਸ਼ਨਲ ਗ੍ਰਾਮਰ ਕਿਹੜੀ ਹੁੰਦੀ ਜੀ, ਉਹ ਡਿਸਕ੍ਰਿਪਟਿਵ ਹੁੰਦੀ ਹੈ, ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਜਿਹੜੀ। ਨੈਕਸਟ ਹੈ ਵਿਚ ਇਜ਼ ਦਾ ਓਲਡੈਸਟ ਮੈਥਡ ਆਫ ਟੀਚਿੰਗ ਗ੍ਰਾਮਰ। ਗ੍ਰਾਮਰ ਟੀਚ ਕਰਨ ਦਾ ਸਭ ਤੋਂ ਜਿਹੜਾ ਓਲਡੈਸਟ ਮੈਥਡ ਕਿਹੜਾ, ਸਭ ਤੋਂ ਪੁਰਾਣਾ ਮੈਥਡ ਕਿਹੜਾ ਹੈਗਾ? ਇਨਫੋਰਮਲ ਗੈਰ ਰਸਮੀ ਮੈਥਡ, ਇੰਡਕਟਿਵ ਜਿਹੜੀ ਆਗਮਨ ਵਿਧੀ ਹੁੰਦੀ ਆ, ਡਿਡਕਟਿਵ ਨਿਗਮਨ ਵਿਧੀ ਵਾਲਾ, ਜਾਂ ਫਿਰ ਟ੍ਰੈਡੀਸ਼ਨਲ। ਤਾਂ ਪਰੰਪਰਾਵਾਦੀ ਅਸੀਂ ਦੇਖਿਆ ਕਿ ਸਭ ਤੋਂ ਓਲਡੈਸਟ ਮੈਥਡ ਕਿਹੜਾ ਜੀ, ਉਹ ਟ੍ਰੈਡੀਸ਼ਨਲ ਮੈਥਡ ਹੁੰਦਾ ਗਾ, ਜਿਹਦੇ ਵਿੱਚ ਰੂਲਸ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ। ਵਟ ਇਜ਼ ਨੋਨ ਐਜ਼ ਬੈਕਬੋਨ ਆਫ ਲੈਂਗੁਏਜ। ਲੈਂਗੁਏਜ ਦੀ ਬੈਕਬੋਨ ਦੇ ਤੌਰ ਤੇ ਕਿਹਨੂੰ ਜਾਣਿਆ ਜਾਂਦਾ ਹੈਗਾ ਜੀ, ਠੀਕ ਹੈ? ਸਿਮੈਂਟਿਕਸ, ਗ੍ਰਾਮਰ, ਲਿੰਗੁਇਸਟਿਕਸ, ਨਨ ਆਫ ਥੀਸ। ਤਾਂ ਲੈਂਗੁਏਜ ਦੀ ਬੈਕਬੋਨ ਕਿਹੜੀ ਹੁੰਦੀ ਹੈ ਸਾਡੀ? ਗ੍ਰਾਮਰ ਲੈਂਗੁਏਜ ਦੀ ਬੈਕਬੋਨ ਹੁੰਦੀ ਹੈ। ਨੈਕਸਟ ਹੈ ਜੀ ਰੀਡ ਦ 2 ਸੈਂਟੈਂਸਿਸ ਗਿਵਨ ਬਿਲੋ। ਨੀਚੇ ਦਿੱਤੇ ਹੋਏ 2 ਸੈਂਟੈਂਸਿਸ ਪੜ੍ਹਨੇ ਨੇ ਅਸੀਂ, ਓਕੇ? ਕਿਹੜਾ ਗਾ? ਫਸਟ ਹੈ ਦ ਲਿਜ਼ਰਡ ਏਟ ਦ ਫਲਾਈ, ਸੈਕਿੰਡ ਦ ਫਲਾਈ ਏਟ ਦ ਲਿਜ਼ਰਡ, ਠੀਕ ਹੈ? ਇੱਕ ਦੇ ਵਿੱਚ ਕੀ ਸੀ, ਛਿਪਕਲੀ ਨੇ ਮੱਖੀ ਨੂੰ ਖਾ ਲਿਆ। ਸੈਕਿੰਡ ਦੇ ਵਿੱਚ ਕੀ ਕਹਿੰਦੇ ਨੇ, ਮੱਖੀ ਨੇ ਛਿਪਕਲੀ ਨੂੰ ਖਾ ਲਿਆ, ਓਕੇ? ਅ ਟੀਚਰ ਕੈਨ ਯੂਜ਼ ਦਿਸ ਐਗਜ਼ਾਮਪਲ ਟੂ ਐਕਸਪਲੇਨ ਦੈਟ। ਤਾਂ ਇਹ ਕਿਸ ਚੀਜ਼ ਨੂੰ ਐਕਸਪਲੇਨ ਕਰਨ ਲਈ ਟੀਚਰ ਇਹ ਕਹਿੰਦੇ ਐਗਜ਼ਾਮਪਲ ਯੂਜ਼ ਕਰਦੇ ਨੇ। ਫਸਟ ਦੇਖੋ, ਦੇयर इज़ नॉट डिफरेंस इन द 2 sentences बिकॉज बोथ हैव द सेम वर्ड्स। ਕਹਿੰਦੇ ਵੀ ਟੀਚਰ ਦੇ ਕਹਿਣ ਦਾ ਭਾਵ ਆ ਵੀ ਦੋ ਉਹਨਾਂ ਨੇ ਇਹ ਵਰਡ ਸੈਂਟੈਂਸਿਸ ਲਿਖਵਾਏ ਹੋਏ ਨੇ, ਤਾਂ ਇਹਨਾਂ ਦੋਵਾਂ ਦੇ ਵਿੱਚ ਕੀ ਹੈਗਾ, ਕਹਿੰਦੇ ਕੋਈ ਡਿਫਰੈਂਸ ਨਹੀਂ ਹੈਗਾ ਗਾ, ਕਿਉਂਕਿ ਦੋਵਾਂ ਵਿੱਚ ਸੇਮ ਵਰਡਸ ਯੂਜ਼ ਕੀਤੇ ਗਏ ਨੇ। ਦ ਲਿਜ਼ਰਡ ਇਹਦੇ ਵਿੱਚ ਵੀ ਯੂਜ਼ ਕੀਤਾ, ਇਹਦੇ ਵਿੱਚ ਵੀ। ਏਟ ਏਟ, ਦ ਫਲਾਈ ਕਹਿੰਦੇ ਸੇਮ ਵਰਡ ਯੂਜ਼ ਕੀਤੇ ਗਏ ਨੇ, ਇਸ ਲਈ ਇਹਨਾਂ ਵਿੱਚ ਕੋਈ ਡਿਫਰੈਂਸ ਨਹੀਂ ਹੈਗਾ। ਸੈਕੰਡ ਆਪਸ਼ਨ ਹੈ ਵੈਨ ਸਬਜੈਕਟ ਐਂਡ ਆਬਜੈਕਟ ਚੇਂਜ ਪੋਜੀਸ਼ਨਸ ਦ ਮੀਨਿੰਗ ਆਫ ਦ ਸੈਂਟੈਂਸ ਚੇਂਜਸ। ਕਹਿੰਦੇ ਜਦੋਂ ਸਬਜੈਕਟ ਤੇ ਆਬਜੈਕਟ ਦੀ ਪੋਜੀਸ਼ਨ ਚੇਂਜ ਕਰ ਦਿੰਦੇ ਆ ਤਾਂ ਸੈਂਟੈਂਸ ਦਾ ਪੂਰਾ ਮੀਨਿੰਗ ਕੀ ਹੈਗਾ, ਚੇਂਜ ਹੋ ਜਾਂਦਾ, ਠੀਕ ਹੈ? ਤਾਂ ਥਰਡ ਦੇਖਦੇ ਜੀ ਅਸੀਂ ਕੀ ਕਹਿੰਦੇ ਨੇ, ਦੇ ਆਰ ਐਗਜ਼ਾਮਪਲਸ ਆਫ ਰਿਪੋਰਟਡ ਸਪੀਚ। ਕਹਿੰਦੇ ਜਿਹੜੀ ਆਪਾਂ ਨਰੇਸ਼ਨ ਦੇ ਵਿੱਚ ਪੜ੍ਹਦੇ ਆ ਨਾ, ਰਿਪੋਰਟਡ ਸਪੀਚ ਹੁੰਦੀ ਹੈ, ਰਿਪੋਰਟਡ ਵਰਬ ਹੁੰਦੀ ਹੈ, ਤਾਂ ਇਸ ਤਰ੍ਹਾਂ ਨਾਲ ਕਹਿੰਦੇ ਇਹ ਰਿਪੋਰਟਡ ਸਪੀਚ ਦੀ ਐਗਜ਼ਾਮਪਲ ਹੈਗੀ ਇੱਕ। ਜਾਂ ਫਿਰ ਦੇ ਆਰ ਅ ਕਲੈਕਸ਼ਨ ਆਫ ਵਰਡਸ, ਜਾਂ ਜਸਟ ਇੱਕ ਵਰਡਸ ਦੀ ਕਲੈਕਸ਼ਨ ਹੈਗੀ, ਠੀਕ ਹੈ? ਤਾਂ ਇਹਦੇ ਵਿੱਚ ਕੀ ਹੈਗਾ, ਅਸੀਂ ਦੇਖਿਆ ਕਿ ਜਦ ਇਹਦਾ ਮਤਲਬ ਪਹਿਲੇ ਦਾ ਕੀ ਆ ਰਿਹਾ ਸੀ, ਦ ਲਿਜ਼ਰਡ ਏਟ ਦ ਫਲਾਈ, ਮਤਲਬ ਛਿਪਕਲੀ ਨੇ ਮੱਖੀ ਨੂੰ ਖਾ ਲਿਆ। ਸੈਕਿੰਡ ਦੇ ਵਿੱਚ ਕੀ ਸੀ, ਮੱਖੀ ਨੇ ਛਿਪਕਲੀ ਨੂੰ ਖਾ ਲਿਆ। ਤਾਂ ਜਦੋਂ ਅਸੀਂ ਇਹਨਾਂ ਦੇ ਸਬਜੈਕਟ ਤੇ ਆਬਜੈਕਟ ਨੂੰ ਚੇਂਜ ਕੀਤਾ ਤਾਂ ਇਹਦਾ ਮੀਨਿੰਗ ਵੀ ਚੇਂਜ ਹੋਏਗਾ। ਤਾਂ ਇਹਦਾ ਇਹੀ ਮਤਲਬ ਹੈਗਾ ਕਹਿਣ ਦਾ, ਜਦੋਂ ਇੱਥੇ ਵਾਲਾ ਸਬਜੈਕਟ ਅਸੀਂ ਇੱਥੇ ਆਬਜੈਕਟ ਲਗਾ ਦਿੱਤਾ ਤਾਂ ਇਹਨਾਂ ਦਾ ਪੂਰਾ ਮੀਨਿੰਗ ਹੈ ਜਿਹੜਾ ਉਹ ਚੇਂਜ ਹੋ ਗਿਆ। ਤਾਂ ਸਾਡੀ ਇਹਦੇ ਅਕੋਰਡਿੰਗ ਸਾਡੀ ਸੈਕੰਡ ਆਪਸ਼ਨ ਬਿਲਕੁਲ ਸਹੀ ਬਣੇਗੀ। ਵੈਨ ਦਾ ਸਬਜੈਕਟ ਐਂਡ ਆਬਜੈਕਟ ਚੇਂਜ ਪੋਜੀਸ਼ਨਸ, ਜਦੋਂ ਸਬਜੈਕਟ ਤੇ ਆਬਜੈਕਟ ਦੀ ਪੋਜੀਸ਼ਨ ਚੇਂਜ ਕਰ ਦਿੱਤੀ ਜਾਂਦੀ ਆ, ਦ ਮੀਨਿੰਗ ਆਫ ਦਾ ਸੈਂਟੈਂਸ ਚੇਂਜਸ, ਫਿਰ ਸੈਂਟੈਂਸ ਦਾ ਮੀਨਿੰਗ ਚੇਂਜ ਹੋ ਜਾਂਦਾ ਹੈ। ਅੱਗੇ ਜੀ ਗ੍ਰਾਮਰ ਸ਼ੁੱਡ ਬੀ ਟਾਟ ਬਾਏ। ਗ੍ਰਾਮਰ ਕਿਸ ਤਰ੍ਹਾਂ ਨਾਲ ਪੜ੍ਹਾਉਣੀ ਚਾਹੀਦੀ ਆ? ਫਸਟ ਹੈ ਆਸਕਿੰਗ ਸਟੂਡੈਂਟਸ ਟੂ ਲਰਨ ਰੂਲਸ। ਬੱਚਿਆਂ ਨੂੰ ਰੂਲਸ ਯਾਦ ਕਰਨ ਲਈ ਕਹਿਣਾਗਾ। ਗ੍ਰਾਮਰ ਕਹਿੰਦੇ ਐਵੇਂ ਸਿਖਾਉਣੀ ਹੈ ਵੀ ਬੱਚਿਆਂ ਨੂੰ ਕਹੋਗੇ ਕਿ ਗ੍ਰਾਮਰ ਦੇ ਰੂਲ ਯਾਦ ਕੀਤੇ ਜਾਣ। ਮੇਕਿੰਗ ਲਰਨਰਸ ਡੂ ਰਿਟਨ ਅਸਾਈਨਮੈਂਟਸ, ਜਾਂ ਬੱਚਿਆਂ ਨੂੰ ਅਸੀਂ ਕੀ ਹੈਗਾ ਉਹਨਾਂ ਨੂੰ ਕਹਿਣਾਗਾ ਕਿ ਆਪਣੀਆਂ ਅਸਾਈਨਮੈਂਟਸ ਲਿਖ ਕੇ ਲੈ ਕੇ ਆਉਣੀਆਂ ਨੇ ਉਹਨਾਂ ਨੇ। ਗਿਵਿੰਗ ਕਲੀਅਰ ਐਕਸਪਲੇਨੇਸ਼ਨਸ, ਜਾਂ ਉਹਨਾਂ ਨੂੰ ਕੀ ਹੈਗਾ ਪੂਰੀ ਕਲੀਅਰਲੀ ਚੰਗੀ ਤਰੀਕੇ ਦੇ ਨਾਲ ਕੀ ਹੈ ਬੱਚਿਆਂ ਨੂੰ ਐਕਸਪਲੇਨ ਕਰਦੇ ਜਾਣਾਗਾ। ਜਾਂ ਫਿਰ ਇਨੇਬਲਿੰਗ ਪ੍ਰੈਕਟਿਸ ਇਨ ਕੰਟੈਕਸਟ, ਬੱਚਿਆਂ ਨੂੰ ਕੀ ਉਹਦੇ ਸੰਦਰਭ ਦੇ ਵਿੱਚ ਕੀ ਹੈ ਬੱਚੇ ਵੱਧ ਤੋਂ ਵੱਧ ਪ੍ਰੈਕਟਿਸ ਕਰ ਸਕਣ, ਹੈ ਨਾ? ਇਸ ਚੀਜ਼ ਦੇ ਅਸੀਂ ਕੀ ਕਰਨਾਗਾ, ਬੱਚੇ ਨੂੰ ਯੋਗ ਬਣਾਉਣਾਗਾ, ਓਕੇ? ਗ੍ਰਾਮਰ ਕਹਿੰਦੇ ਕਿਸ ਤਰ੍ਹਾਂ ਨਾਲ ਅਸੀਂ ਸਿਖਾਉਣੀ ਹੈਗੀ ਬੱਚੇ ਨੂੰ, ਠੀਕ ਹੈ? ਤਾਂ ਗ੍ਰਾਮਰ ਸਿਖਾਉਣ ਦਾ ਮਤਲਬ ਇਹ ਉਹਨੂੰ ਯੂਜ਼ ਕਰੇ ਵੱਧ ਤੋਂ ਵੱਧ। ਤਾਂ ਯੂਜ਼ ਕਿੱਦਾਂ ਕਰੂਗਾ, ਉਹ ਪ੍ਰੈਕਟਿਸ ਕਰਕੇ, ਠੀਕ ਹੈ? ਤਾਂ ਇਨੇਬਲਿੰਗ ਪ੍ਰੈਕਟਿਸ ਇਨ ਕੰਟੈਕਸਟ, ਓਕੇ? ਫਿਰ ਹੈ ਰੀਡਿੰਗ ਫॉर ਕੰਪਰੀਹੈਂਸ਼ਨ ਕੈਨ ਬੀ ਬੈਸਟ ਅਚੀਵਡ ਥਰੂ, ਠੀਕ ਹੈ? ਸਮਝ ਦੇ ਲਈ ਅਸੀਂ ਰੀਡਿੰਗ ਕਰਨੀ ਹੈਗੀ, ਸਮਝਣ ਦੇ ਲਈ, ਠੀਕ ਹੈ? ਤਾਂ ਉਹ ਕਿਸ ਤਰ੍ਹਾਂ ਨਾਲ ਬੈਸਟ ਤਰੀਕੇ ਨਾਲ ਅਸੀਂ ਅਚੀਵ ਕਰ ਸਕਦੇ ਹਾਂਗੇ। ਫਸਟ ਹੈ ਹੈਲਪਿੰਗ ਲਰਨਰ ਸਪੀਕ ਵਰਡਸ ਸੌਫਟਲੀ ਵਾਈਲ ਰੀਡਿੰਗ। ਬੱਚਿਆਂ ਦੀ ਹੈਲਪ ਕਰਨੀ ਹੈਗੀ ਕਿ ਉਹ ਕੀ ਹੈਗਾ ਜਦੋਂ ਪੜ੍ਹ ਰਹੇ ਨੇ ਤਾਂ ਉਸ ਦੌਰਾਨ ਕੀ ਹੈਗਾ ਵਰਡਸ ਨੂੰ ਸੌਫਟਲੀ ਬੋਲਣ, ਠੀਕ ਹੈ? ਸੈਕਿੰਡ ਲਰਨਰਸ ਰੀਡਿੰਗ ਸਾਈਲੈਂਟਲੀ ਐਂਡ ਆਸਕਿੰਗ ਕੰਪਰੀਹੈਂਸ਼ਨ ਕੁਐਸਚਨਸ। ਬੱਚੇ ਕੀ ਕਰ ਰਹੇ ਨੇ, ਕਹਿੰਦੇ ਸਾਈਲੈਂਟਲੀ ਰੀਡਿੰਗ ਕਰ ਰਹੇ ਨੇਗੇ, ਚੁੱਪ ਚਪੀਤੇ ਪੜ੍ਹਨਾ ਗਾ, ਹੈ ਨਾ ਉਹਨਾਂ ਨੇ? ਤੇ ਕੀ ਹੈਗਾ ਉਹਦੇ ਜਿਹੜੇ ਕੁਐਸਚਨ ਨੇਗੇ ਬੱਚੇ ਉਹ ਪੁੱਛ ਰਹੇ ਨੇ। ਥਰਡ ਹੈ ਟੀਚਿੰਗ ਲਰਨਰਸ ਟੂ ਰਨ ਅ ਫਿੰਗਰ ਔਰ ਅ ਪੈਨਸਿਲ ਅੰਡਰ ਦਾ ਲਾਈਨ ਬੀਇੰਗ ਰੀਡ, ਠੀਕ ਹੈ? ਕਹਿੰਦੇ ਜਿਹੜੀ ਲਾਈਨ ਪੜ੍ਹੀ ਜਾ ਰਹੀ ਆ ਉਹਦੇ ਅੰਡਰ ਕੀ ਹੈਗਾ ਬੱਚੇ ਫਿੰਗਰ ਜਾਂ ਪੈਨਸਿਲ ਰੱਖ ਕੇ ਉਹਨੂੰ ਪੜ੍ਹਦੇ ਜਾਣ। ਕਹਿਣ ਦਾ ਭਾਵ ਜਿੱਦਾਂ ਇਸ ਤਰ੍ਹਾਂ ਨਾਲ ਪੈਨਸਿਲ ਰੱਖੀ ਹੁੰਦੀ ਬੱਚੇ ਨੇ ਐਵੇਂ ਪੜ੍ਹਦੇ ਜਾ ਰਹੇ ਨੇ।
ਜਾਂ ਬੱਚੇ ਫਿੰਗਰ ਪੁਆਇੰਟਿੰਗ ਦੇ ਨਾਲ ਪੜ੍ਹਦੇ ਨੇ, ਤਾਂ ਵੀ ਉਸ ਤਰ੍ਹਾਂ ਨਾਲ ਅਸੀਂ ਬੱਚੇ ਨੂੰ ਸਿਖਾਉਣਾਗਾ ਪੜ੍ਹਨਾ। ਜਾਂ ਫਿਰ ਫੋਰਥ ਆਪਸ਼ਨ ਕਹਿੰਦੀ ਆ ਆਸਕਿੰਗ ਦ ਚਿਲਡਰਨ ਟੂ ਰੀਡ ਦ ਟੈਕਸਟ ਅਲਾਊਡ, ਬੱਚਿਆਂ ਨੂੰ ਕਹਿਣਾਗਾ ਕਿ ਜਿਹੜਾ ਵੀ ਟੈਕਸਟ ਉਹ ਪੜ੍ਹ ਰਹੇ ਨੇ ਉਹਨੂੰ ਉੱਚੀ ਉੱਚੀ ਬੋਲ ਕੇ ਪੜ੍ਹਨ। ਤਾਂ ਅਸੀਂ ਕੀ ਹੈਗਾ ਕੰਪਰੀਹੈਂਸ਼ਨ ਦੇ ਲਈ, ਸਮਝਣ ਦੇ ਲਈ, ਠੀਕ ਹੈ। ਤਾਂ ਰੀਡਿੰਗ ਕਿਸ ਦੇ ਲਈ ਕਰ ਰਹੇ ਹਾਂ, ਸਾਡਾ ਮਕਸਦ ਕੀ ਹੈਗਾ, ਅਸੀਂ ਨੇ ਸਮਝ ਕੇ ਪੜ੍ਹਨਾਗਾ ਉਸ ਚੀਜ਼ ਨੂੰ। ਤਾਂ ਕੰਪਰੀਹੈਂਡ ਕਰਨ ਲਈ ਜਦੋਂ ਅਸੀਂ ਪੜ੍ਹਾਂਗੇ ਤਾਂ ਜਿੰਨਾ ਅਸੀਂ ਸਾਇਲੈਂਟ ਹੋ ਕੇ ਪੜ੍ਹਾਂਗੇ ਉਨਾ ਹੀ ਜ਼ਿਆਦਾ ਸਾਡੀ ਸਮਝ ਕੀ ਹੈਗੀ ਬਣੂਗੀ ਰੀਡਿੰਗ ਦੇ ਵਿੱਚ। ਓਕੇ, ਤਾਂ ਸਾਡੀ ਸੈਕੰਡ ਆਪਸ਼ਨ ਸਹੀ ਬਣ ਜਾਂਦੀ ਜੀ, ਲਰਨਰਸ ਰੀਡਿੰਗ ਸਾਇਲੈਂਟਲੀ ਐਂਡ ਆਸਕਿੰਗ ਕੰਪਰੀਹੈਂਸ਼ਨ ਕੁਐਸਚਨਸ। ਓਕੇ, ਨੈਕਸਟ ਹੈ ਟੀਚਿੰਗ ਗ੍ਰਾਮਰ ਇਜ਼ ਯੂਜ਼ਫੁਲ ਟੂ ਇੰਪਰੂਵ, ਜਿਹੜੀ ਗ੍ਰਾਮਰ ਟੀਚ ਕਰਦੇ ਨੇ ਉਹ ਕਿਸ ਚੀਜ਼ ਨੂੰ ਇੰਪਰੂਵ ਕਰਨ ਦੇ ਵਿੱਚ ਯੂਜ਼ਫੁਲ ਹੁੰਦੀ ਆ, ਫਲੂਐਂਸੀ, ਜਿੱਦਾਂ ਫਲੋ ਦੇ ਵਿੱਚ ਪੜ੍ਹਨਾਗਾ ਅਸੀਂ, ਇੱਕ ਲਿਟਰੇਸੀ, ਨਿਊਮਰੇਸੀ ਜਾਂ ਫਿਰ ਐਕੂਰੇਸੀ। ਤਾਂ ਜਿਹੜੀ ਗ੍ਰਾਮਰ ਹੈਗੀ ਉਹ ਨਾ ਤਾਂ ਉਹਦੇ ਵਿੱਚ ਕੋਈ ਨਿਊਮਰੇਸੀ ਦਾ ਹੁੰਦਾ ਗਾ, ਲਿਟਰੇਸੀ ਦਾ ਵੀ ਨਹੀਂ ਹੈਗਾ ਗਾ। ਤਾਂ ਗ੍ਰਾਮਰ ਟੀਚ ਕਰਨ ਦੇ ਕਿਸ ਚੀਜ਼ ਲਈ ਟੀਚ ਕਰਵਾਈ ਜਾਂਦੀ ਹੈਗੀ ਸਾਨੂੰ, ਐਕੂਰੇਸੀ ਦੇ ਲਈ, ਠੀਕ ਹੈ। ਅਸੀਂ ਸਹੀ ਸਹੀ ਸ਼ਬਦ ਕੀ ਹੈਗਾ ਬੋਲ ਸਕੀਏ, ਸਹੀ ਸੈਂਟੈਂਸਿਸ ਬਣਾ ਸਕੀਏ, ਤਾਂ ਐਕੂਰੇਟ ਜਿਹੜੇ ਮਤਲਬ ਅਸੀਂ ਇਹਦੇ ਵਿੱਚ ਹੋ ਸਕੀਏ ਗ੍ਰਾਮਰ ਨੂੰ ਜਾਂ ਇੰਗਲਿਸ਼ ਦੇ ਵਿੱਚ। ਤਾਂ ਉਹ ਐਕੂਰੇਸੀ ਕਿੱਦਾਂ ਆਊਗੀ ਜੇ ਅਸੀਂ ਗ੍ਰਾਮਰ ਸਿੱਖੀ ਹੋਊਗੀ। ਓਕੇ, ਤਾਂ ਫੋਰਥ ਆਪਸ਼ਨ ਬਿਲਕੁਲ ਸਹੀ ਬਣ ਜਾਂਦਾ। ਨੈਕਸਟ ਹੈ ਦ ਪੋਲੀਟੀਸ਼ੀਅਨ ਹੈਡ ਬੀਨ ਮੇਕਿੰਗ ਪ੍ਰੋਮਿਸਿਸ ਲੌਂਗ ਬਿਫੋਰ ਇਲੈਕਸ਼ਨ ਟਾਈਮ, ਕਹਿੰਦੇ ਇਹ ਕੀ ਹੈਗਾ, ਦਿਸ ਸਟੇਟਮੈਂਟ ਇਜ਼ ਇਨ ਦੈਸ਼ ਟੈਂਸ, ਕਿਹੜੇ ਟੈਂਸ ਦੇ ਵਿੱਚ ਕਹਿੰਦੇ ਸਟੇਟਮੈਂਟ ਹੈਗੀ ਉਹ ਦੱਸਣਾ ਸੀ ਨੇ। ਦ ਪੋਲੀਟੀਸ਼ੀਅਨ ਹੈਡ ਬੀਨ ਮੇਕਿੰਗ ਪ੍ਰੋਮਿਸਿਸ ਲੌਂਗ ਬਿਫੋਰ ਇਲੈਕਸ਼ਨ ਟਾਈਮ, ਕਹਿੰਦੇ ਕਿਹੜੇ ਟੈਂਸ ਦੇ ਵਿੱਚ, ਪਾਸਟ ਕੰਟੀਨਿਊਸ ਦੇ ਵਿੱਚ ਆ, ਪਾਸਟ ਪਰਫੈਕਟ ਦੇ ਵਿੱਚ ਆ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊ ਦੇ ਵਿੱਚ ਆ, ਜਾਂ ਪਾਸਟ ਪਰਫੈਕਟ ਕੰਟੀਨਿਊਸ ਆ। ਹੁਣ ਅਸੀਂ ਕੀ ਦੇਖਣਾ ਗਾ ਜੀ, ਪਾਸਟ ਕੰਟੀਨਿਊ ਦੇ ਵਿੱਚ ਕੀ ਦਿੱਤਾ ਹੁੰਦਾ ਗਾ, ਵਰਬ ਦੀ ਫਸਟ ਫਾਰਮ ਨਾਲ ING ਦਿੱਤੀ ਹੁੰਦੀ ਹੈਗੀ, ਠੀਕ ਹੈ। ਤਾਂ ਇੱਧਰ ਕੀ ਦਿੱਤਾ ਹੁੰਦਾ ਸਾਡੇ ਕੋਲੇ, ਵਾਜ਼ ਬਾਰ, ਫਸਟ ਫਾਰਮ ਨਾਲ ING ਤਾਂ ਹੈਗਾ ਸੀ ਬਟ ਸਾਡੇ ਕੋਲੇ ਵਾਜ਼ ਬਾਰ ਹੈ ਨਹੀਂ ਗਾ। ਓਕੇ, ਪ੍ਰੈਜ਼ੈਂਟ ਪਰਫੈਕਟ, ਇਸ ਦੇ ਵਿੱਚ ਕੀ ਹੁੰਦਾ ਜੀ ਸਾਡੇ ਕੋਲੇ, ਹੈਜ਼ ਹੈਵ ਲੱਗੇ ਹੁੰਦੇ ਨੇ ਪਲੱਸ ਥਰਡ ਫਾਰਮ, ਠੀਕ ਹੈ। ਇਹ ਵੀ ਨਹੀਂ ਹੈਗਾ ਸਾਡੇ ਕੋਲ, ਸਟਰਕਚਰ ਦੇਖ ਰਹੇ ਹਾਂ ਅਸੀਂ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਇਸ ਦੇ ਵਿੱਚ ਕੀ ਹੁੰਦਾ ਜੀ, ਹੈਜ਼ ਹੈਵ ਪਲੱਸ ਬੀਨ ਪਲੱਸ ਫਸਟ ਫਾਰਮ ਨਾਲ ING, ਓਕੇ, ਤੇ ਪਲੱਸ ਸਿੰਸ ਫॉर ਮਤਲਬ ਟਾਈਮ ਰੈਫਰੈਂਸ ਦਿੱਤਾ ਹੋਇਆ ਹੁੰਦਾ ਸਾਨੂੰ। ਓਕੇ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ, ਸੌਰੀ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ ਕੀ ਦਿੱਤਾ ਹੈ ਸਾਨੂੰ, ਹੈਡ ਪਲੱਸ ਬੀਨ ਫਸਟ ਫਾਰਮ ਨਾਲ ING ਪਲੱਸ ਕੀਤਾ ਹੁੰਦਾ ਆਬਜੈਕਟ ਪਲੱਸ ਸਿੰਸ ਫॉर, ਹੈ ਨਾ, ਟਾਈਮ ਰੈਫਰੈਂਸ। ਤਾਂ ਅਸੀਂ ਕੀ ਦੇਖ ਰਹੇ ਹਾਂ, ਪੋਲੀਟੀਸ਼ੀਅਨ ਹੈਡ ਬੀਨ ਮੇਕਿੰਗ, ਹੈਡ ਬੀਨ ਮੇਕਿੰਗ ਕਿੱਥੇ ਪਈ, ਮਤਲਬ ਹੈਡ ਬੀਨ ਪਲੱਸ ਵਰਬ ਦੀ ਫਸਟ ਫਾਰਮ, ਹੈਡ ਬੀਨ ਪਲੱਸ ਵਰਬ ਦੀ ਫਸਟ ਫਾਰਮ ਦਿੱਤੀ ਹੋਈ ਹੈ, ਤਾਂ ਇਹਦਾ ਮਤਲਬ ਕਿਹੜੇ ਟੈਂਸ ਦੇ ਵਿੱਚ ਹੈ, ਸਾਡੀ ਪਾਸਟ ਪਰਫੈਕਟ ਟੈਂਸ ਦੇ ਵਿੱਚ ਹੈ, ਪਾਸਟ ਪਰਫੈਕਟ ਕੰਟੀਨਿਊਸ ਟੈਂਸ ਵਿੱਚ। ਓਕੇ, ਨੈਕਸਟ ਹੈ when the teacher quietly observes the students during a collaborative grammar activity, the activity plays a blank role। ਜਦੋਂ ਕਹਿੰਦੇ ਇੱਕ ਕੋਲੈਬੋਰੇਟਿਵ ਗ੍ਰਾਮਰ ਐਕਟੀਵਿਟੀ ਚੱਲ ਰਹੀ ਆ ਤਾਂ ਉਹਦੇ ਵਿੱਚ ਸਟੂਡੈਂਟਸ ਨੂੰ ਆਬਜ਼ਰਵ ਕਰ ਰਿਹਾ ਹੈਗਾ ਟੀਚਰ, ਜਿਹੜਾ ਕੁਆਇਟਲੀ ਚੁੱਪਚਾਪ ਆਪਣੇ ਆਪ ਆਬਜ਼ਰਵ ਕਰ ਰਹੇ ਨੇ ਟੀਚਰ। ਤਾਂ ਇਹ ਜਿਹੜੀ ਐਕਟੀਵਿਟੀ ਉਹ ਕਿਹੜਾ ਰੋਲ ਪਲੇ ਕਰ ਰਹੀ ਹੈਗੀ, ਡਾਇਗਨੋਸਟਿਕ ਜਾਂ ਫਿਰ ਇਵੈਲੂਏਟਿਵ, ਇੰਟਰੈਕਟਿਵ ਜਾਂ ਫਿਰ ਰਿਕਾਰਡ ਕੀਪਿੰਗ। ਤਾਂ ਜਦੋਂ ਬੱਚੇ ਕੀ ਨੇ ਉਹ ਇੱਕ ਐਕਟੀਵਿਟੀ ਕਰ ਰਹੇ ਨੇਗੇ ਜਿਹੜੀ ਕਿ ਗਰੁੱਪ ਦੇ ਵਿੱਚ ਕੋਲੈਬੋਰੇਟ ਦੇ ਥਰੂ ਹੈ ਨਾ ਕਰ ਰਹੇ ਨੇ, ਤਾਂ ਉਹਨਾਂ ਨੂੰ ਟੀਚਰ ਦੁਆਰਾ ਕੀ ਕੀਤਾ ਜਾ ਰਿਹਾ, ਆਬਜ਼ਰਵ ਕੀਤਾ ਜਾ ਰਿਹਾ। ਤਾਂ ਇਹ ਕਿਹੜੀ ਐਕਟੀਵਿਟੀ ਹੋਵੇਗੀ। ਓਕੇ, ਜਦੋਂ ਬੱਚੇ ਉਹਨਾਂ ਨੂੰ ਕੀ ਕਰਿਆ ਜਾ ਰਿਹਾ, ਉਹਨਾਂ ਨੂੰ ਡਾਇਗਨੋਸ ਕੀਤਾ ਜਾ ਰਿਹਾ ਨਾ। ਇਵੈਲਿਊਏਟ ਦਾ ਮਤਲਬ ਕੀ ਹੁੰਦਾ ਗਾ, ਉਹਨਾਂ ਦਾ ਮੁਲਾਂਕਣ ਕਰਨਾ। ਫਿਲਹਾਲ ਤਾਂ ਉਹਨਾਂ ਦੀ ਐਕਟੀਵਿਟੀ ਚੱਲ ਰਹੀ ਹੈਗੀ, ਤਾਂ ਚੱਲਣ ਦੇ ਦੌਰਾਨ ਤਾਂ ਉਹਨਾਂ ਨੂੰ ਮੁਲਾਂਕਣ ਨਹੀਂ ਕੀਤਾ ਜਾ ਰਿਹਾ, ਇੰਟਰੈਕਟਿਵ ਨਹੀਂ, ਕਿਉਂਕਿ ਉਹ ਕੁਆਇਟਲੀ ਲਿਖਿਆ ਨਾ, ਚੁੱਪਚਾਪ ਆਪਣੇ ਆਪ ਆਬਜ਼ਰਵ ਕਰ ਰਹੇ ਨੇ ਬੱਚੇ, ਆਪਣਾ ਕੰਮ ਆਪਣੇ ਆਪ ਕਰ ਰਹੇ ਨੇ, ਤਾਂ ਇੰਟਰੈਕਟਿਵ ਵੀ ਹੈ ਨਹੀਂ ਗਾ। ਰਿਕਾਰਡ ਕੀਪਿੰਗ, ਉਹਨਾਂ ਦਾ ਰਿਕਾਰਡ ਵੀ ਨਹੀਂ ਤਿਆਰ ਕੀਤਾ ਜਾ ਰਿਹਾ। ਤਾਂ ਇਹਦਾ ਮਤਲਬ ਕਿਹੜੀ ਹੈ ਜੀ, ਉਹ ਡਾਇਗਨੋਸਟਿਕ ਜਿਹੜੀ ਹੈਗੀ ਰੋਲ ਪਲੇ ਕਰ ਰਹੀ ਹੈ ਇਹ ਵਾਲੀ ਐਕਟੀਵਿਟੀ। ਨੈਕਸਟ, ਚੂਜ਼ ਦਾ ਕਰੈਕਟ ਸਪੈਲਿੰਗ, ਸਹੀ ਸਪੈਲਿੰਗ ਚੂਜ਼ ਕਰਨੇ ਨੇ। ਡਜ਼ਨਟ, ਡਜ਼ਨਟ, ਡਜ਼ ਨਟ, ਡਜ਼ਨਟ,
ਤਾਂ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਸਪੈਲਿੰਗ ਕਿਹੜੇ ਹੋਣਗੇ, ਤਾਂ ਦੋਨੋਂ ਸੇਮ ਸਪੈਲਿੰਗ, ਸੌਰੀ ਫੋਰਥ ਤੇ ਸੈਕੰਡ ਸੇਮ ਦਿੱਤੀਆਂ ਪਈਆਂ ਨੇ। ਤਾਂ ਆਹ ਵਾਲਾ ਵੀ ਨਹੀਂ ਹੈਗਾ ਸਹੀ, ਡਜ਼ ਨਟ ਵਾਲਾ ਵੀ ਨਹੀਂ ਹੈਗਾ ਸਹੀ। ਤਾਂ ਜਿਹੜੀ ਸਾਡੀ ਸੈਕੰਡ ਆਪਸ਼ਨ ਸਹੀ ਬਣ ਜਾਂਦੀ ਹੈ। ਇਹਦੇ ਨਾਲ ਹੀ ਸੇਮ ਮਿਲਦੀ ਜੁਲਦੀ ਆਪਸ਼ਨ ਸਾਡੀ ਕਿਹੜੀ ਹੈ, ਸੌਰੀ ਫੋਰਥ ਵੀ ਅਲੱਗ ਤੋਂ ਆ ਕਿਉਂਕਿ ਇਹਦੇ ਅਪੋਸਟ੍ਰੋਫੀ ਇੱਥੇ ਲੱਗਿਆ ਪਿਆ ਹੈਗਾ, ਠੀਕ ਹੈ। ਤਾਂ ਸਾਡੀ ਸੈਕੰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ ਜੀ, ਡਜ਼ਨਟ, ਜਿਹੜਾ ਕਿ ਡਜ਼ ਨਾਟ ਦਾ ਲਿਖਿਆ ਹੋਇਆ ਹੈਗਾ। ਓਕੇ, ਨੈਕਸਟ ਹੈ ਗ੍ਰਾਮੈਟੀਕਲ ਸਟਰਕਚਰਸ ਕੈਨ ਬੀ ਪ੍ਰੈਕਟਿਸਾਈਜ਼ਡ ਇਨ ਅ ਕੰਟਰੋਲਡ ਮੈਨਰ ਬਾਈ। ਕਹਿੰਦੇ ਜਿਹੜੇ ਗ੍ਰਾਮੈਟੀਕਲ ਸਟਰਕਚਰਸ ਹੁੰਦੇ ਨੇ ਕਿ ਉਹਨਾਂ ਦੀ ਪ੍ਰੈਕਟਿਸ ਕਿਸ ਤਰ੍ਹਾਂ ਨਾਲ ਕੰਟਰੋਲ ਮੈਨਰ ਦੇ ਵਿੱਚ ਕੀਤੀ ਜਾ ਸਕਦੀ ਆ। ਫਸਟ ਹੈ ਐਕਸਪਲੇਨਿੰਗ ਦਾ ਯੂਜ਼ ਆਫ ਪਾਰਟੀਕੂਲਰ ਸਟਰਕਚਰਸ। ਉਹਨਾਂ ਜਿਹੜੇ ਪਾਰਟੀਕੂਲਰ ਸਟਰਕਚਰਸ ਜਿਨ੍ਹਾਂ ਨੂੰ ਅਸੀਂ ਸਿਖਾਉਣਾਗਾ ਉਹਨਾਂ ਨੂੰ ਕੀ ਹੈ, ਉਹਨਾਂ ਦੀ ਯੂਜ਼ ਨੂੰ ਐਕਸਪਲੇਨ ਕਰਨਾਗਾ ਵੀ ਕਿਸ ਤਰ੍ਹਾਂ ਨਾਲ ਯੂਜ਼ ਕਰਨੇ ਨੇਗੇ ਅਸੀਂ। ਸੈਕੰਡ ਹੈ ਗੈਪ ਫਿਲਿੰਗ ਗ੍ਰਾਮਰ ਐਕਸਰਸਾਈਜ਼ਸ, ਜਾਂ ਫਿਰ ਕੀ ਹੈ ਗੈਪ ਫਿਲਿੰਗ, ਜਿੱਥੇ ਇੱਥੇ ਬੱਚਿਆਂ ਦਾ ਗੈਪ ਆ, ਮਤਲਬ ਜਿੱਥੇ ਇੱਥੇ ਬੱਚਿਆਂ ਨੂੰ ਜਿਹੜੀ ਜਿੰਨਾ ਜੋ ਨਹੀਂ ਆਉਂਦਾ ਹੈਗਾ ਤਾਂ ਉਹਨਾਂ ਨੂੰ ਉਹ ਸਿਖਾਇਆ ਜਾਣਾਗਾ ਅਸੀਂ ਨੇ। ਕਰੈਕਟਿੰਗ ਰੋਂਗ ਸੈਂਟੈਂਸਿਸ ਰਿਟਨ ਬਾय ਦ ਲਰਨਰਸ, ਜਾਂ ਬੱਚਿਆਂ ਦੁਆਰਾ ਜਿਹੜੇ ਗਲਤ ਸੈਂਟੈਂਸ ਲਿਖੇ ਹੋਏ ਨੇ ਉਹਨਾਂ ਨੂੰ ਕਰੈਕਟ ਕਰਨਾਗਾ, ਸਹੀ ਕਰਨਾ। ਜਾਂ ਫਿਰ ਫੋਰਥ ਆ ਡੂਇੰਗ ਕੰਪੋਜੀਸ਼ਨ ਐਕਸਰਸਾਈਜ਼ਸ, ਜਾਂ ਬੱਚਿਆਂ ਨੂੰ ਕੀ ਕਰਵਾਉਣੀਆਂ ਨੇ, ਕੰਪੋਜੀਸ਼ਨ ਐਕਸਰਸਾਈਜ਼ਸ ਕਰਵਾਉਣੀਆਂ ਗੀ ਉਹਨਾਂ ਤੋਂ। ਤਾਂ ਗ੍ਰਾਮੈਟੀਕਲ ਸਟਰਕਚਰ ਸਿਖਾਉਣਾਗਾ ਜਦੋਂ, ਤਾਂ ਸਟਰਕਚਰ ਦੇ ਵਿੱਚ ਕੀ ਆ, ਉਹ ਪਾਰਟੀਕੂਲਰ ਸਟਰਕਚਰ ਨੂੰ ਐਕਸਪਲੇਨ ਕਰਨਾ ਸਿਖਾਉਣਾਗਾ ਅਸੀਂ ਨੇ। ਤਾਂ ਸਾਡੀ ਫਸਟ ਆਪਸ਼ਨ ਇਹਦੇ ਅਕੋਰਡਿੰਗ ਸਹੀ ਬਣ ਜਾਂਦੀ ਹੈ ਜੀ। ਓਕੇ, ਅੱਜ ਆਪਣੇ ਕੁਐਸਚਨ ਖਤਮ ਹੁੰਦੇ ਨੇ ਰੋਲ ਆਫ ਗ੍ਰਾਮਰ ਦੇ। ਥੈਂਕ ਯੂ।